ਵਾਹਿਗੁਰੂ 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 ਵਾਹਿਗੁਰੂ। ਪ੍ਰਭ ਦਾਤੋ ਦਾਤਾਰ ਪਰਿਓ ਜਾਜ ਕਿਕ ਸਰਨਾ ਮਿਲੇ ਦਾਨ ਸੰਤ ਰੇਨ ਜਿਹ ਲਗ ਭੋਜਲ ਤਰਨਾ ਬਿਨਤ ਕਰੂੰ ਅਰਦਾਸ ਸੁਣੋ ਜੇ ਠਾਕੁਰ ਭਾਵੈ ਦੇਹੋ ਦਰਸ ਮਨ ਚਾਓ ਭਗਤ ਇਹੋ ਮਨ ਠਹਿਰਾਵੈ ਬਲਿਓ ਚਿਰਾਗ ਅੰਧਿਆਰ ਮਹਿ ਸਭ ਕਲ ਉਧਰੀ ਇੱਕ ਨਾਮ ਧਰਮ ਪ੍ਰਗਟ ਸਗਲ ਹਰ ਭਵਨ ਮਹਿ ਜਨ ਨਾਨਕ ਗੁਰ ਪਾਰ ਬ੍ਰਹਮ ਤੁਮਰੀ ਸਰਣ ਤੁਮਾਰੀ ਆਸਾ ਤੁਮ ਹੀ ਸੱਜਣ ਸੁਹੇਲੇ ਰਾਖੋ ਰਾਖਨ ਹਾਰ ਦਇਆਲਾ ਨਾਨਕ ਘਰ ਕੇ ਗੋਲੇ ਰਾਖੋ ਰਾਖਨ ਹਾਰ ਦਇਆਲਾ ਨਾਨਕ ਘਰ ਕੇ ਗੋਲੇ। ਸੱਜਣ ਸੱਚਾ ਪਾਤਸ਼ਾਹੂ ਸਿਰ ਸਾਹਾਂਦ ਸਾਹੂ ਜਿਸ ਪਾਸ ਬੈਠਿਆ ਸੋਹੀਐ ਸਭਨਾਂ ਦਾ ਵਿਸਾਹੂ। ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਤਿਲੰਗ ਘਰ ਦੂਜਾ ਮਹੱਲਾ ਪੰਜਵਾ। ਤੁਧ ਬਿਨ ਦੂਜਾ ਨਾਹੀ ਕੋਏ ਤੂੰ ਕਰਤਾਰ ਕਰਹਿ ਸੋ ਹੋਏ। ਤੇਰਾ ਜੋਰ ਤੇਰੀ ਮਨ ਟੇਕ ਸਦਾ ਸਦਾ ਜਪ ਨਾਨਕ ਏਕ। ਤੁਧ ਬਿਨ ਦੂਜਾ ਨਾਹੀ ਕੋਏ ਤੂੰ ਕਰਤਾਰ ਕਰਹਿ ਸੋ ਹੋਏ। ਤੇਰਾ ਜੋਰ ਤੇਰੀ ਮਨ ਟੇਕ ਸਦਾ ਸਦਾ ਜਪ ਨਾਨਕ ਏਕ। ਸਭ ਊਪਰ ਪਾਰ ਬ੍ਰਹਮ ਦਾਤਾਰ ਤੇਰੀ ਟੇਕ ਤੇਰਾ ਆਧਾਰ ਰਹਾਓ। ਸਭ ਊਪਰ ਪਾਰ ਬ੍ਰਹਮ ਦਾਤਾਰ ਤੇਰੀ ਟੇਕ ਤੇਰਾ ਆਧਾਰ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਗੁਰੂ ਰੂਪ ਗੁਰੂ ਕੀ ਸਾਜੀ ਨਵਾਜੀ ਗੁਰੂ ਸਰੂਪ ਗੁਰੂ ਖਾਲਸਾ ਸਤ ਸੰਗਤ ਜੀ। ਬਾਣੀ ਦੇ ਬੋਏ ਤੋਂ ਸ਼ਹੀਦਾਂ ਦੇ ਸਰਤਾਜ ਸ਼ਾਂਤੀ ਦੇ ਪੁੰਜ ਦੀਨ ਦੁਨੀਆ ਦੇ ਮਾਲਕ ਧੰਨ ਗੁਰੂ ਅਰਜਨ ਦੇਵ ਸੱਚੇ ਪਾਤਸ਼ਾਹ ਨੇ ਸਾਡੇ ਤੇ ਕਿਰਪਾ ਕੀਤੀ ਹੈ। ਉਹ ਕਹਿੰਦੇ ਗੁਰਮੁਖਾ ਜਣੇ ਖਣੇ ਦੇ ਅੱਗੇ ਸਿਰ ਨਾ ਝੁਕਾ। ਕੇਵਲ ਤੇ ਕੇਵਲ ਇੱਕ ਦਾ ਹੋਣਾ ਕਰ
ਜਦੋਂ ਅਸੀਂ ਇਤਿਹਾਸ ਨੂੰ ਖੁੱਲ੍ਹ ਕੇ ਪੜ੍ਹਦੇ ਹਾਂ ਤੇ ਇਤਿਹਾਸਕਾਰਾਂ ਨੇ ਇੱਕ ਲਫ਼ਜ਼ ਲਿਖਿਆ ਹੈ ਅੰਗਰੇਜ਼ੀ ਵਿੱਚ, ਗੁਰੂ ਨਾਨਕ ਐਜ ਏ ਰੈਵੋਲੂਸ਼ਨਰ ਔਰ ਰਿਫਾਰਮਰ। ਗੁਰੂ ਨਾਨਕ ਕ੍ਰਾਂਤੀਕਾਰੀ ਨੇ ਜਾਂ ਸੁਧਾਰਕ ਨੇ। ਅਸੀਂ ਵਿਸ਼ਾਲ ਦਿਲ ਹੋ ਕੇ ਵੇਖੀਏ ਤੇ ਗੁਰੂ ਨਾਨਕ ਪਾਤਸ਼ਾਹ ਕ੍ਰਾਂਤੀਕਾਰੀ ਤੇ ਸੁਧਾਰਕ ਵੀ ਹਨ। ਕ੍ਰਾਂਤੀ ਕੇ ਕੋ ਦਰਖਤਾਂ ਦੀ ਪੂਜਾ ਕਰੀ ਜਾਂਦਾ ਹੈ, ਕੋ ਪਾਣੀ ਦੀ ਪੂਜਾ ਕਰੀ ਜਾਂਦਾ ਹੈ, ਕੋਈ ਅੱਗ ਨੂੰ ਰੱਬ ਕਰਕੇ ਪੂਜਦਾ ਹੈ। ਲੇਕਿਨ ਸਤਿਗੁਰੂ ਪਾਤਸ਼ਾਹ ਕਹਿੰਦੇ ਵੀ ਗੁਰਮੁਖ ਇਹਨਾਂ ਨੂੰ ਜੋ ਪੈਦਾ ਕਰਨ ਵਾਲਾ ਉਹਦੇ ਨਾਲ ਜੁੜੋ। ਇਹ ਕ੍ਰਾਂਤੀ, ਸੁਧਾਰ, ਦੀਨ ਦੁਨੀਆ ਦੇ ਮਾਲਕ ਧੰਨ ਗੁਰੂ ਨਾਨਕ ਪਾਤਸ਼ਾਹ ਮੱਕੇ ਗਏ। ਉਥੋਂ ਦੇ ਸੇਵਾਦਾਰ ਭਾਈ ਜਿਉਣ ਨੂੰ ਜਦੋਂ ਇਤਿਹਾਸ ਨੂੰ ਘੋਖਦੇ ਤੇ ਪ੍ਰਤੀਤ ਹੁੰਦਾ ਵੀ ਉਹ ਪੰਜਾਬ ਦਾ ਰਹਿਣ ਵਾਲਾ ਸੀ। ਸਤਿਗੁਰੂ ਪਾਤਸ਼ਾਹ ਬਰਾਜੇ ਨੇ ਜਿਉਣ ਨੂੰ ਗੁੱਸਾ ਆਇਆ, ਕਹਿਣ ਲੱਗਾ ਕੀ ਗੱਲ ਹੈ, ਤੁਸੀਂ ਬੇਪਰਵਾਹ ਹੋ ਕਰਕੇ ਅੱਲਾ ਦੇ ਘਰ ਵਿੱਚ ਅੱਲਾ ਦੇ ਘਰ ਨੂੰ ਪੈਰ ਕਰਕੇ ਸੁੱਤੇ ਹੋ। ਆਪਾਂ ਤਾਂ ਕਾਹਲੇ ਪੈ ਜਾਂਦੇ ਆ, ਲੇਕਿਨ ਗੁਰੂ ਵਿੱਚ ਜਰਨ ਸ਼ਕਤੀ ਬੜੀ ਹੈ। ਕਹਿੰਦੇ ਭਲੇ ਪੁਰਸ਼ਾ ਰਾਤ ਨੂੰ ਆਇਆ, ਤੂੰ ਇਉਂ ਕਰ, ਤੇਰੇ ਦਿਲ ਨੂੰ ਸੱਟ ਵੱਜੀ ਹੈ, ਜਿਹੜੇ ਪਾਸੇ ਵੱਲ ਖੁਦਾ ਨਹੀਂ ਤੂੰ ਸਾਡੇ ਉਸ ਪਾਸੇ ਵੱਲ ਪੈਰ ਕਰਦੇ। ਉਥੇ ਭਾਈ ਗੁਰਦਾਸ ਜੀ ਲਿਖਦੇ ਨੇ, ਟੰਗੋਂ ਪਕੜ ਘਸੀਟਿਆ, ਫਿਰਿਆ ਮੱਕਾ ਕਲਾ ਦਿਖਾਰੀ, ਹੋਏ ਹੈਰਾਨ ਕਰੇਨ ਜੋਹਾਰੀ। ਜੋਹਾਰੀ ਤੋਂ ਭਾਵ ਹੈਰਾਨ ਹੋ ਕਰਕੇ ਪੂਜਾ ਕਰਨ ਲੱਗ ਪਏ। ਇਹਦਾ ਕਿਤੇ ਗਲਤ ਅਰਥ ਨਾ ਕਰਨਾ ਕਿ ਧੰਨ ਗੁਰੂ ਨਾਨਕ ਪਾਤਸ਼ਾਹ ਮਹਾਰਾਜ ਨੇ ਉਸ ਮਹਾਨ ਪਾਵਨ ਪਵਿੱਤਰ ਸਥਾਨ ਦੇ ਸਤਿਕਾਰ ਵਿੱਚ ਕੋਈ ਫਰਕ ਪਾਇਆ ਹੈ, ਬਿਲਕੁਲ ਨਹੀਂ। ਧੰਨ ਗੁਰੂ ਨਾਨਕ ਪਾਤਸ਼ਾਹ ਨੇ ਸੰਕੇਤ ਦਿੱਤਾ, ਜਿਉਣ ਉਹ ਖੁਦਾ ਹਰ ਥਾਂ ਤੇ ਵਿਆਪਕ ਹੈ। ਕਿਹੜੀ ਦਾ ਜਗ੍ਹਾ ਹੈ ਜਿੱਥੇ ਪ੍ਰਮਾਤਮਾ ਨੇ, ਔਰ ਅਸੀਂ ਗੁਰਬਾਣੀ ਦੀਆਂ ਪੰਕਤੀਆਂ ਪੜ੍ਹਦੇ ਹਾਂ, ਦੱਖਣ ਦੇਸ ਹਰੀ ਕਾ ਬਾਸਾ, ਪਸ਼ਮ ਅੱਲੋ ਮਕਾਮਾ, ਦਿਲ ਮੈਂ ਖੋਜ ਦਿਲੇ ਦਿਲ ਖੋਜੋ, ਇਹੀ ਠੌਰ ਮਕਾਮਾ। ਕਿਸੇ ਨੇ ਰੱਬ ਨੂੰ ਦੱਖਣ ਵਾਲੀ ਬਾਹੀ ਨੂੰ ਮੰਨ ਲਿਆ, ਕਿਸੇ ਨੇ ਪੂਰਬ ਵਾਲੇ ਪਾਸੇ ਨੂੰ ਮੰਨ ਲਿਆ, ਕਿਸੇ ਨੇ ਪੱਛਮ ਵਾਲੇ ਪਾਸੇ ਨੂੰ ਮੰਨ ਲਿਆ। ਲੇਕਿਨ ਗੁਰੂ ਗ੍ਰੰਥ ਸੱਚੇ ਪਾਤਸ਼ਾਹ ਕਹਿੰਦੇ, ਗੁਰਮੁਖਾ ਕਿਤੇ ਆਪਣੇ ਅੰਦਰੋਂ ਵੀ ਪੜਤਾਲ ਕਰ, ਉਹ ਤੇਰੇ ਅੰਦਰ ਬੈਠਾ ਹੈ। ਇਸ ਪੱਖ ਨੂੰ ਧੰਨ ਗੁਰੂ ਪੰਚਮ ਪਾਤਸ਼ਾਹ ਨੇ ਅੱਜ ਦੇ ਹੁਕਮਨਾਮੇ ਵਿੱਚ ਖੁਲਾਸੇ ਦੇ ਸਹਿਤ ਬਿਆਨ ਕੀਤਾ ਹੈ, ਜਿਵੇਂ ਹਜ਼ੂਰ ਰਹਿਮਤ ਕਰਦੇ ਨੇ। ਸਰਵਣ ਕਰੋ ਜੀ। ਹਾਂਜੀ। ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਤਿਲੰਗ ਘਰ ਦੂਜਾ ਮਹੱਲਾ ਪੰਜਵਾ। ਤਲਾਂਗ ਰਾਗ ਵਿੱਚ ਪੰਚਮ ਪਾਤਸ਼ਾਹ ਦੂਜੇ ਕਰ ਸੁਰਤਾਲ ਵਿੱਚ ਇਹ ਸ਼ਬਦ ਉਚਾਰਦੇ ਹਨ। ਮਹੱਲਾ ਪੰਜਵਾ। ਗੁਰਮੁਖੋ, ਜਦੋਂ ਆਪਾਂ ਬਾਣੀ ਪੜ੍ਹਦੇ ਆ ਨਾ, ਤੇ ਮੈਂ ਤਕਰੀਬਨ ਜਦੋਂ ਵੀ ਮੇਰੀ ਡਿਊਟੀ ਹੁੰਦੀ, ਮੈਂ ਇਸ ਨੁਕਤੇ ਤੇ ਜ਼ੋਰ ਦੇਣਾ, ਬਾਣੀ ਨੂੰ ਚਿੱਥਿਆ ਕਰੋ, ਵਿਚਾਰਿਆ ਕਰੋ। ਆਪਾਂ ਅੱਖਰਾਂ ਦੀ ਗਿਣਤੀ ਨਾ ਕਰਿਆ ਕਰੀਏ। ਮੈਂ ਬੇਨਤੀ ਕੀਤੀ ਕਿ ਇਹ ਮੈਂ ਦ੍ਰਿਸ਼ਟਾਂਤ ਸਾਨੂੰ ਪੜ੍ਹਾਇਆ ਗਿਆ ਸਮਝਾਉਣ ਲਈ, ਤੇ ਗੁਰਮੁਖਾ ਇੱਕ ਦਾ ਹੋ। ਉਸ ਨਿਯਤ ਦਿਨ ਤੇ ਰਾਜੇ ਨੇ ਮੁਲਾਜ਼ਮਾਂ ਨੂੰ ਆਖਿਆ ਵੀ ਭਾਈ ਇਹਨੂੰ ਦਰਿਆ ਤੇ ਨਵਾ ਲਿਆਓ, ਤੇ ਇੱਕ ਇਹਨੂੰ ਪੁੱਛਿਆ ਜੇ ਵੀ ਇਹਦੀ ਅੰਤਮ ਇੱਛਾ ਕੀ ਹੈ। ਮੈਂ ਸੁਣਿਆ ਵੀ ਜਿਹੜੇ ਜਿਨ੍ਹਾਂ ਨੂੰ ਫਾਂਸੀ ਲਾਉਂਦੇ ਨੇ ਨਾ, ਉਹਨਾਂ ਨੂੰ ਪੁੱਛਦੇ ਵੀ ਤੇਰੀ ਅੰਤਮ ਇੱਛਾ ਕੀ ਹੈ, ਜਿਨ੍ਹਾਂ ਨੂੰ ਸਜ਼ਾਏ ਮੌਤ ਹੁੰਦੀ ਹੈ।
ਲੜਕਾ ਬੇਪਰਵਾਹ ਹੈ, ਕਿਉਂਕਿ ਆਪਾਂ ਬਾਣੀ ਪੜ੍ਹਦੇ ਹਾਂ, ਬੇਪਰਵਾਹ ਸਦਾ ਰੰਗ ਹਰ ਕੇ ਜਾਂ ਕੋ ਪਾਗ ਸੁਆਮੀ। ਜਿਨ੍ਹਾਂ ਦਾ ਸੁਆਮੀ ਮਾਲਕ ਪੱਖ ਕਰਦਾ ਉਹ ਪ੍ਰਵਾਹ ਨਹੀਂ ਕਰਦੇ। ਪ੍ਰਵਾਹ ਨਾ ਹੀ ਕਿਸੇ ਕੇਰੀ ਬਾਹਰ ਸੱਚੇ ਨਾ ਹੈ। ਵਾਹਿਗੁਰੂ ਦੇ ਨਾਮ ਤੋਂ ਬਿਨਾਂ ਪ੍ਰਵਾਹ ਹੀ ਨਹੀਂ। ਲੈ ਗਏ ਬੱਚੇ ਨੇ ਮਿੱਟੀ ਦੀਆਂ 4 ਢੇਰੀਆਂ ਬਣਾਈਆਂ, ਇਸ਼ਨਾਨ ਕੀਤਾ, ਮਿੱਟੀ ਦੀਆਂ 4 ਢੇਰੀਆਂ ਬਣਾਈਆਂ, ਮੂੰਹ ਵਿੱਚ ਕੁਝ ਬੋਲਦਾ, ਮੁਲਾਜ਼ਮਾਂ ਨੂੰ ਪਤਾ ਨਹੀਂ। ਹੌਲੀ ਹੌਲੀ ਉਹਨੇ 3 ਢੇਰੀਆਂ ਢਾਹ ਦਿੱਤੀਆਂ ਤੇ 1 ਰਹਿਣ ਦਿੱਤੀ। ਮੁਲਾਜ਼ਮ ਲਾਇਆ ਹੈ। ਰਾਜੇ ਨੇ ਪੁੱਛਿਆ ਵੀ ਇਸ ਬੱਚੇ ਦੇ ਮੂੰਹ ਦੇ ਚਿਹਰੇ ਦੇ ਉੱਪਰ ਮੌਤ ਦਾ ਖੌਫ ਨਹੀਂ, ਕੀ ਕਾਰਨ ਨੇ, ਬਾਹਰ ਜਾ ਕੇ ਕੀ ਕੀਤਾ? ਮੁਲਾਜ਼ਮ ਕਹਿਣ ਲੱਗੇ ਜੀ ਇਹਨੇ ਇਸ਼ਨਾਨ ਪਾਨ ਕਰਨ ਤੋਂ ਬਾਅਦ ਮਿੱਟੀ ਦੀਆਂ 4 ਢੇਰੀਆਂ ਬਣਾਈਆਂ ਸਨ, 3 ਢਾਹ ਕੇ ਤੇ ਕਹਿਣ ਲੱਗਾ ਚਲੋ ਭਾਈ ਚਲੋ, ਮੈਨੂੰ ਲੈ ਚਲੋ। ਬਸ ਇੰਨੀ ਗੱਲ ਹੋਈ ਹੈ। ਰਾਜੇ ਨੇ ਪੁੱਛਿਆ ਵੀ ਬੇਟਾ ਕਾਰਨ? ਕਹਿਣ ਲੱਗਾ ਜੀ ਪਹਿਲੀ ਢੇਰੀ ਹੈ ਮਾਂ ਪਿਓ ਦੀ। ਧੀ ਪੁੱਤ ਕਿੱਡਾ ਵੀ ਮਾੜਾ ਹੋਵੇ ਮਾਪੇ ਮੋਹ ਕਰਦੇ ਨੇ, ਉਹਦੀ ਪਾਲਣਾ ਕਰਦੇ ਆਪਾਂ ਸਾਰੇ ਵੇਖਦੇ ਹਾਂ। ਕਹਿਣ ਲੱਗਾ ਮਾਂ ਪਿਓ ਨੇ ਕਹਿ ਦਿੱਤਾ ਵੀ ਸਾਡੇ ਭਾ ਦਾ ਮਰ ਗਿਆ, ਮੈਂ ਉਹਨਾਂ ਦੀ ਢੇਰੀ ਢਾਹ ਦਿੱਤੀ। ਤੇ ਦੂਸਰੀ ਢੇਰੀ ਹੁੰਦੀ ਸਰਕਾਰ ਦੀ। ਜਦੋਂ ਸਾਨੂੰ ਧੱਕਾ ਹੋਵੇ ਤੇ ਆਪਾਂ ਸਰਕਾਰ ਕੋਲ ਅਪੀਲ ਕਰਦੇ ਹਾਂ, ਬੇਨਤੀ ਕਰਦੇ ਵੀ ਸਾਨੂੰ ਹੱਕ ਦਿਵਾਓ। ਦੂਜੀ ਮੈਂ ਤੇਰੀ ਢੇਰੀ ਬਣਾਈ ਸੀ ਉਹ ਵੀ ਢਾਹ ਦਿੱਤੀ ਵੀ ਤੂੰ ਤਾਂ ਮੇਰੇ ਮਾਰ ਨੂੰ ਤਿਆਰ ਹੋਇਆ। ਜਦੋਂ ਸਰਕਾਰੇ ਦਰਬਾਰੇ ਵੀ ਨਾ ਚੱਲੇ ਤੇ ਲੋਕੀ ਦੇਵੀ ਦੇਵਤਿਆਂ ਦਾ ਓਟ ਆਸਰਾ ਲੈਂਦੇ ਹਨ। ਤੇ ਮੈਨੂੰ ਪਤਾ ਲੱਗਾ ਹੈ ਅੱਜ ਤੂੰ ਦੇਵੀ ਦੇ ਮੰਦਿਰ ਵਿੱਚ ਮੇਰੀ ਬਲੀ ਦੇਣੀ ਹੈ। ਮੈਂ ਦੇਵਤਿਆਂ ਦੀ ਢੇਰੀ, ਉਹ ਮੈਨੂੰ ਅੰਤਮ ਸਵਾਸ ਤੱਕ ਇੱਕ ਪ੍ਰਮਾਤਮਾ ਤੇ ਵਿਸ਼ਵਾਸ ਹੈ ਵੀ ਉਹ ਮੇਰੀ ਬਾਂਹ ਫੜੇਗਾ। ਸਾਡੀ ਕੌਮ ਦੇ ਮਹਾਨ ਮਹਾਂਪੁਰਸ਼ ਪ੍ਰਚਾਰਕ ਬਾਬਾ ਸੰਤ ਸਿੰਘ ਅਤਰ ਸਿੰਘ ਮਸਤੂ ਬਾਣੇ ਵਾਲੇ ਹੋਏ ਨੇ। ਉਹ ਇਹ ਧਾਰਨਾ ਲਾਉਂਦੇ ਹੁੰਦੇ ਸਨ, ਹੋਰ ਸਭੇ ਢਾਈਆਂ ਢੇਰੀਆਂ ਇੱਕ ਤੱਕਿਆ ਆਸਰਾ ਤੇਰਾ। ਇਹ ਦ੍ਰਿਸ਼ਟਾਂਤ ਮੇਰੇ ਅੰਦਰ ਤਾਂ ਆਇਆ, ਉਹਨਾਂ ਕੋਲ ਪੜ੍ਹਿਆ ਮੈਂ। ਹੋਰ ਸਭੇ ਢਾਈਆਂ ਢੇਰੀਆਂ ਇੱਕ ਤੱਕਿਆ ਆਸਰਾ ਤੇਰਾ। ਮਾਂ ਪਿਓ ਵੀ ਉਹਨਾਂ ਚਿਰ ਜਿੰਨਾ ਚਿਰ ਬੰਦਾ ਜਿੰਦਾ, ਮੁੜ ਕੇ ਕਹਿੰਦੇ ਟਾਈਮ ਨਾਲ ਕੱਢੋ, ਮੁੜ ਕੇ ਪ੍ਰਾਹੁਣਿਆਂ ਨੇ ਘਰੋਂ ਘਰੀ ਜਾਣਾ। ਜਿਹੜੇ ਘਰ ਵਿੱਚ ਅਸੀਂ 80 ਸਾਲ ਬਤੀਤ ਕੀਤੇ ਆ ਨਾ, ਉਸ ਪਰਿਵਾਰ ਨੇ ਉਸ ਘਰ ਵਿੱਚ ਸਾਨੂੰ 1 ਰਾਤ ਰਹਿਣ ਦੀ ਆਗਿਆ ਨਹੀਂ ਦੇਣੀ। 1 ਰਾਤ। ਤੇ ਜਿਹੜੀ ਧਰਮ ਪਤਨੀ ਗੁਰੂ ਗ੍ਰੰਥ ਸੱਚੇ ਪਾਤਸ਼ਾਹ ਦੀ ਹਜ਼ੂਰੀ ਵਿੱਚ ਸਾਡਾ ਪੱਲਾ ਪਕੜ ਕੇ ਤੇ ਰਾਗੀ ਸਿੰਘਾਂ ਦੇ ਨਾਲ ਪੰਕਤੀ ਪੜ੍ਹਦੀ ਸੀ, ਸਭੇ ਸਾਗ ਕੁੜਾਵੇ ਡਿੱਠੇ ਤੋਂ ਪੱਲੇ ਤੈੜੇ ਲਾਗੇ। ਉਹ ਬੀਬੀ ਵੀ ਪਤੀ ਮਰ ਗਿਆ ਤੇ ਮਰਨ ਤੋਂ ਬਾਅਦ ਕਿਉਂਕਿ 40-45 ਸਾਲ ਇਕੱਠੇ ਰਹੇ ਨੇ, ਸੁਪਨਾ ਆਇਆ ਤੇ ਆਪਣੇ ਬੇਟੇ ਨੂੰ ਕਹਿਣ ਲੱਗੀ ਪੁੱਤਰ ਮੇਰੀ ਬੇਨਤੀ ਵੀ ਆਪਾਂ 1 ਅਖੰਡ ਪਾਠ ਹੋਰ ਕਰਾਈਏ, ਤੇਰੇ ਪਿਓ ਦੀ ਗਤੀ ਨਹੀਂ ਹੋਈ, ਰਾਤ ਮੈਨੂੰ ਬੁਖਾੜੀ ਦੇ ਗਿਆ। ਹੱਸਣਾ ਨਹੀਂ, ਗੱਲ ਨੂੰ ਚਿੱਥਣਾ। ਜਿਹਦੇ ਨਾਲ 45 ਸਾਲ ਬਸਰ ਕੀਤੀ ਅਸੀਂ ਉਹਨੂੰ ਸੁਪਨੇ ਵਿੱਚ ਵੇਖਣ ਨੂੰ ਤਿਆਰ ਨਹੀਂ, ਉਹਦੇ ਨਾਲ ਜਾਣ ਨੂੰ ਤਿਆਰ ਨਹੀਂ। ਨਾਲ ਕੀ ਜਾਂਦਾ ਹੈ, ਨਾਨਕ ਅੱਗੇ 100 ਮਿਲਟੇ ਮਿਲੇ ਜੇ ਖੱਟੇ ਕਾਲੇ ਦੇ, ਜਿਹਨੂੰ ਦਸਮ ਪਾਤਸ਼ਾਹ ਕਹਿੰਦੇ ਬਿਨ ਕਰਤਾਰ ਨਾ ਕਿਰਤਮ ਮਾਨੋ, ਇੱਕ ਬਿਨ ਦੂਸਰ ਸੋ ਨਾ ਚਨਾਰ। ਹੇ ਵਾਹਿਗੁਰੂ ਤੇਰੇ ਬਰਾਬਰ ਤੇਰਾ ਸ਼ਰੀਕ ਕੋ ਨਹੀਂ, ਜਿਸ ਨੂੰ ਲਵੇ ਲਾਏ ਸੁਣਾਇਆ, ਤੇਰੇ ਤੋਂ ਬਿਨਾਂ ਦੂਜਾ ਤੇਰੇ ਬਰਾਬਰ ਕੋ ਹੈ ਨਹੀਂ। ਤੂੰ ਕਰਤਾਰ ਕਰਹਿ ਸੋ ਹੋਏ। ਬਾਕੀ ਮੈਂ ਕੇਵਲ ਤੇ ਕੇਵਲ ਇੱਕ ਤੇਰੇ ਅੱਗੇ ਬੇਨਤੀ ਕਰਦਾ ਹਾਂ। ਇਹ ਮੈਂ ਤਕਰੀਬਨ ਗਾਇਬ ਬੋਲਦਾ ਰਹਿਣਾ। ਆਪਾਂ ਜਦੋਂ ਵੀ ਆਪਣੇ ਭੈਣ ਭਰਾ ਦੋਸਤ ਮਿੱਤਰਾਂ ਨੂੰ ਮਿਲਦੇ ਤੇ ਆਪਾਂ ਕਹਿੰਦੇ ਭਾਈ ਸਾਹਿਬ ਤੁਹਾਡਾ ਕੀ ਹਾਲ ਹੈ, ਤੁਸੀਂ ਕਦੋਂ ਆਇਓ ਭੈਣ ਜੀ, ਭਾਈ ਸਾਹਿਬ ਤੁਸੀਂ ਕਦੋਂ ਆਇਓ। ਜਿਹੜਾ ਕਹਿੰਦਾ ਤੂੰ ਕਦੋਂ ਆਇਆ ਤੇ ਆਪਾਂ ਥੋੜਾ ਜਿਹਾ ਪਰਾਂ ਹੋ ਕੇ ਨੇ ਵੀ ਇਹਨੂੰ ਬੋਲਣ ਦੀ ਅਕਲ ਨਹੀਂ, ਤੂੰ ਕਰਕੇ ਬੋਲਦਾ।
ਲੇਕਿਨ ਗੁਰੂ ਗ੍ਰੰਥ ਸੱਚੇ ਪਾਤਸ਼ਾਹ ਦੀ ਬਾਣੀ ਦੇ ਵਿੱਚ ਜਦੋਂ ਪ੍ਰਮਾਤਮਾ ਨੂੰ ਮੁਖਾਤਬ ਕੀਤਾ, ਉੱਥੇ ਤੂੰ ਆਇਆ, ਤੁਸੀਂ ਨਹੀਂ ਆਇਆ। ਤੂੰ ਆ ਹੁਣੇ ਅਰਦਾਸ ਹੋਣੀ ਹੈ, ਤੂੰ ਠਾਕਰ ਤੁਮ ਪੈ ਅਰਦਾਸ, ਤੂੰ ਮੇਰਾ ਪਿਤਾ, ਤੂੰ ਹੈ ਮੇਰਾ ਮਾਤਾ। ਇੱਕੇ ਸ਼ਬਦ ਵਿੱਚ ਕਿੰਨੀ ਵਾਰ ਤੂੰ ਆਇਆ। ਤੂੰ ਮੇਰਾ ਪਿਤਾ, ਤੂੰ ਹੈ ਮੇਰਾ ਮਾਤਾ, ਤੂੰ ਮੇਰਾ ਬੰਧਪ, ਤੂੰ ਮੇਰਾ ਭਰਾਤਾ, ਤੂੰ ਮੇਰਾ ਰਾਖਾ ਸਭਨੀ ਥਾਈ, ਤਾਂ ਭੁ ਕਿਹਾ ਕਾੜਾ ਜਿਓ। ਇਹਦਾ ਭਾਵ ਹੈ ਇੱਕ ਵਚਨ, ਕੇਵਲ ਤੇ ਕੇਵਲ ਇੱਕ। ਤੂੰ ਕਰਤਾਰ ਕਰੇ ਸੋਏ। ਕਰਤਾਰ ਦਾ ਭਾਵ ਹੈ ਵੀ ਸਾਡੀ ਰੋਜੀ ਦੀ ਤਾਰ ਤੇਰੇ ਹੱਥਾਂ 'ਚ ਹੈ। ਕਰ ਕਹਿੰਦੇ ਨੇ ਹੱਥ ਨੂੰ। ਸਾਡੇ ਸਵਾਸਾਂ ਦੀ ਤਾਰ ਤੇਰੇ ਹੱਥਾਂ 'ਚ ਜਦੋਂ ਮਰਜ਼ੀ ਖਿੱਚ ਲਈ। ਇਸ ਕਰਕੇ ਸ੍ਰਿਸ਼ਟੀ ਨੂੰ ਪੈਦਾ ਕਰਨ ਵਾਲੇ ਇੱਕ ਵਾਹਿਗੁਰੂ, ਜੋ ਤੂੰ ਕਰਦਾ ਹੈ ਉਹ ਹੀ ਹੁੰਦਾ ਹੈ। ਤੇਰਾ ਜੋਰ ਤੇਰੀ ਮਨ ਟੇਕ। ਜਿਹੜਾ ਸਾਡੇ ਸਰੀਰ 'ਚ ਬਲ, ਇਹ ਵੀ ਤੇਰਾ ਦਿੱਤਾ ਜੋਰ ਦਾ ਅਰਥ ਹੈ ਬਲ। ਔਰ ਅਸੀਂ ਮਨ ਕਰਕੇ ਕੇਵਲ ਤੇ ਕੇਵਲ ਤੇਰਾ ਓਟ ਆਸਰਾ ਤੱਕਣਾ ਕੀਤਾ ਹੈ। ਸਦਾ ਸਦਾ ਜਪ ਨਾਨਕ ਏਕ। ਪਾਪੇ ਨੂੰ ਸਿਹਾਰੀ ਲੱਗਣ ਕਰਕੇ ਬਣ ਗਿਆ ਕਿਰਿਆ, ਅੰਗਰੇਜ਼ੀ 'ਚ ਵਰਬ। ਮੇਰੇ ਪਾਤਸ਼ਾਹ ਕਹਿੰਦੇ ਗੁਰਮੁਖਾ ਕਦੇ ਉਹ ਮੰਤਰ ਕਦੇ ਉਹ ਮੰਤਰੇ ਨਾ ਪੜ। ਜੇ ਜਪ ਕਰਨਾ ਤੇ ਕੇਵਲ ਇੱਕ ਦਾ ਕਰਨਾ ਕਰ। ਮੈਂ ਇਹ ਕਥਾ ਆਪਣੇ ਚਾਚਾ ਸੰਤ ਕਰਤਾਰ ਸਿੰਘ ਹੋਰਾਂ ਕੋਲੋਂ ਸਿੱਖੀ। ਉਹਨਾਂ ਸਾਨੂੰ ਬੜੇ ਗ੍ਰੰਥ ਪੜ੍ਹਾਏ ਵਿਧਾਨ ਦੇ, ਤੇ ਜਦੋਂ ਉਹ ਸੱਚਖੰਡ ਪਿਆਨਾ ਕਰ ਗਏ ਤੇ 3-4 ਪੋਥੀਆਂ ਰਹਿ ਗਈਆਂ। ਵਿਚਾਰ ਸਾਗਰ, ਬਿਰਤੀ, ਪ੍ਰਭਾਕਰ, ਮੋਕਸ਼ ਪੰਥ ਕਥਾ ਵਾਸਤੇ ਗ੍ਰੰਥ ਪੜ੍ਹਾਏ ਜਾਂਦੇ ਨੇ। ਇਹ ਪੜ੍ਹੇ ਨਾ। ਮੈਂ ਇੱਕ ਉਦਾਸੀ ਮਹਾਤਮਾ ਕੋਲ ਗਿਆ। ਉਹ ਵਿਦਵਾਨ ਸਨ, ਅੱਖਾਂ ਤੋਂ ਸੂਰਮੇ, ਨੇਤਰਹੀਣ। ਮੈਂ ਰੱਬ ਦੇ ਪਿਆਰੇ ਜਾਣ ਕੇ ਉਹਨਾਂ ਨੂੰ ਨਮਸਕਾਰ ਕੀਤੀ ਤੇ ਬੇਨਤੀ ਕੀਤੀ, ਬਾਬਾ ਜੀ ਮੈਂ ਤੁਹਾਡੇ ਕੋਲੋਂ ਆ ਵਿਚਾਰ ਸਾਗਰ ਗ੍ਰੰਥ ਪੜ੍ਹਨਾ, ਬਿਰਤੀ, ਪ੍ਰਭਾਕਰ ਤੇ ਮੋਕਸ਼ ਪੰਥ। ਤੇ ਮੈਨੂੰ ਕਹਿਣ ਲੱਗੇ, ਸਿੰਘਾ ਤੈਨੂੰ ਕਾਲਾ ਇਲਮ ਨਾ ਪੜ੍ਹਾ ਦਿਆਂ। ਮੈਂ ਉਸੇ ਮੌਕੇ ਫਤਿਹ ਬੁਲਾ ਕੇ ਆਖਿਆ, ਬਾਬਾ ਜੀ ਜਿਹਦੇ ਕੋਈ ਚਿੱਟਾ ਉਹਨੇ ਕਾਲੇ ਨੂੰ ਅੱਗ ਲਾਉਣੀ ਹੈ। ਚਿੱਟਾ ਚਾਨਣ, ਕਾਲਾ ਇਲਮ ਹਨੇਰਾ ਹੈ। ਲੋਕੀ ਬੜੇ ਕਾਲੇ ਇਲਮ ਤੇ ਵਿਸ਼ਵਾਸ ਕਰਦੇ ਨੇ। ਉਹਨੇ ਆਹ ਕੀਤਾ, ਉਹਨੇ ਆਹ ਕੀਤਾ। ਮੈਂ ਦਾਅਵੇ ਨਾਲ ਗੁਰੂ ਕੀ ਸਟੋਰੀ ਤੋਂ ਬੋਲਿਆ, ਗੁਰਮੁਖੋ ਜਿਨ੍ਹਾਂ ਕੋਈ ਚਿੱਟਾ ਇਲਮ ਹੈ, ਜਿਨ੍ਹਾਂ ਦੇ ਅੰਦਰ ਗੁਰਬਾਣੀ ਦਾ ਚਾਨਣ ਹੈ, ਉਹਨਾਂ ਤੇ ਕਾਲੇ ਇਲਮ ਦਾ ਪ੍ਰਭਾਵ ਨਹੀਂ ਜੀ ਪੈ ਸਕਦਾ। ਤੇ ਜੇ ਕਿਸੇ ਦਾ ਹੈ ਨਾ ਕੋਈ ਕਾਲੇ ਇਲਮ ਵਾਲਾ ਬਾਹਰ, ਤੇ ਉਹਨੂੰ ਕਹਿ ਦੇ ਵੀ ਪਾ ਲੈ ਪੰਗਾ, ਵੇਖ ਲੈ ਟੱਕਰ ਲਾ ਕੇ ਕਿਤੇ। ਗੁਰੂ ਕੀ ਬਾਣੀ ਦੇ ਮੁਤਾਬਕ ਚਿੱਟੇ ਇਲਮ ਦੇ ਬਰਾਬਰ ਕਾਲੇ ਇਲਮ ਨਹੀਂ। ਮੈਂ ਬੇਨਤੀ ਕਰਦਾ ਗੁਰੂ ਕੇ ਸਿੱਖੋ, ਚਿੱਟੇ ਇਲਮ ਨੂੰ ਛੱਡ ਕੇ ਤੇ ਕਾਲੇ ਇਲਮ ਨਾਲ ਨਾ ਜੁੜੋ। ਸਦਾ ਸਦਾ ਜਪ ਨਾਨਕ ਏਕ, ਕੇਵਲ ਤੇ ਕੇਵਲ ਆਪਣੀ ਰਸਨਾ ਦੇ ਨਾਲ। ਇਹ ਨਹੀਂ ਵੀ ਸਵੇਰੇ ਲੈ ਲਿਆ ਤੇ ਸ਼ਾਮ ਨੂੰ ਛੁੱਟੀ, ਸ਼ਾਮ ਨੂੰ ਚੇਤੇ ਕਰ ਲਿਆ ਤੇ ਸਵੇਰੇ ਛੁੱਟੀ। ਨਾ ਨਾ, ਜਿੰਨਾ ਚਿਰ ਤੇਰੇ ਪ੍ਰਾਣ ਨੇ ਇੱਕ ਨਾਲ ਜੁੜਿਆ ਰਹੋ, ਜਮਾਨ ਕਰਕੇ ਜਪਦਾ ਰਹੋ। ਸਾਬੇ ਉਪਰ ਪਾਰ ਬ੍ਰਹਮ ਦਾਤਾਰ। ਪਰਮੇਸ਼ਰ ਤੇ ਗੁਰਮੁਖੋ ਦੋ ਸਰੂਪ ਲਿਖੇ ਨੇ ਸਾਡੇ ਵਡੇਰਿਆਂ ਨੇ, ਇੱਕ ਪਾਰ ਬ੍ਰਹਮ, ਇੱਕ ਪੂਰਨ ਬ੍ਰਹਮ। ਪਾਰ ਬ੍ਰਹਮ ਦਾ ਭਾਵ ਹੁੰਦਾ ਵੀ ਉਹ ਸ਼ਕਤੀ ਜਿਹਨੂੰ ਪਕੜਿਆ ਨਹੀਂ ਜਾ ਸਕਦਾ, ਅਨੁਭਵ ਕੀਤਾ ਜਾ ਸਕਦਾ। ਜਿਵੇਂ ਆਪਾਂ ਕਹਿੰਦੇ ਅਗਮ ਅਗੋਚਰ। ਅਗਮ ਦਾ ਭਾਵ ਹੁੰਦਾ ਮਨ ਦੀ ਪਕੜ ਤੋਂ ਉੱਪਰ, ਤੇ ਅਗੋਚਰ ਦਾ ਭਾਵ ਹੁੰਦਾ ਇੰਦਰੀਆਂ ਦੀ ਪਕੜ ਤੋਂ ਉੱਪਰ, ਵੀ ਜਿਹੜਾ ਇਹਨਾਂ ਅੱਖਾਂ ਨਾਲ ਵੇਖਿਆ ਨਾ ਜਾ ਸਕੇ, ਇਹਨਾਂ ਹੱਥਾਂ ਨਾਲ ਫੜਿਆ ਨਾ ਜਾ ਸਕੇ। ਉਹਨੂੰ ਕਹਿੰਦੇ ਪਾਰ ਬ੍ਰਹਮ। ਉਹ ਪਰਿਪੂਰਨ ਪ੍ਰਮਾਤਮਾ ਜੋ ਅਣਡਿੱਠ ਹੈ, ਉਹ ਸਾਰਿਆਂ ਤੋਂ ਉੱਤੇ ਹੈ ਤੇ ਸਾਰਿਆਂ ਨੂੰ ਦਾਤਾਂ ਦੇਣ ਵਾਲਾ ਕੇਵਲ ਇੱਕ। ਤੇਰੀ ਟੇਕ ਤੇਰਾ ਆਧਾਰ। ਮਹਾਰਾਜ ਤੇਰਾ ਹੀ ਆਸਰਾ ਹੈ ਤੇ ਤੇਰੀ ਹੀ ਓਟ ਹੈ। ਭਾਵ ਇਹ ਲਫ਼ਜ਼ ਮਿਲਦੇ ਨੇ, ਤੂੰ ਮੇਰੇ ਅੰਦਰ ਦਾ ਆਸਰਾ ਵੀ ਹੈ ਤੇ ਜਿਹਨੂੰ ਵੀ ਆਮ ਬੋਲੀ ਚ ਕਹਾਂਗੇ ਠੁੰਮਣਾ, ਬੁਰਜੀ। ਬੁਰਜੀਆਂ ਥੱਲੇ ਹੋਣ ਤੇ ਮਕਾਨ ਡਿੱਗਦਾ ਨਹੀਂ। ਇਸ ਪ੍ਰਕਾਰ ਇਸ ਬੁਰਜੀ ਦਾ ਕੰਮ, ਇਹ ਥੰਮੜੇ ਦਾ ਕੰਮ ਦੇਣ ਵਾਲਾ ਵੀ ਤੂੰ ਹੈ। ਰਹਾਓ ਵਿਸਰਾਮ ਦੇ ਕਰਕੇ ਕਿਰਪਾ ਕਰਦੇ ਹਨ। ਹੈ ਤੂੰ ਹੋਵਨਹਾਰ। ਹੈ ਦਾ ਭਾਵ ਹੁਣ ਵਰਤਮਾਨ ਸਮਾਂ।
ਭੂਤ ਕਾਲ ਵਿੱਚ ਵੀ ਤੂੰ, ਵਰਤਮਾਨ ਵਿੱਚ ਵੀ ਤੂੰ, ਔਰ ਆਉਣ ਵਾਲੇ ਸਮੇਂ ਦੇ ਵਿੱਚ ਵੀ ਤੂੰ ਹੋਵੇਂਗਾ। ਤੂੰ ਹੋਮਨਹਾਰ ਤੋਂ ਭਾਵ ਭਵਿੱਖਤ ਕਾਲ ਵਿੱਚ ਵੀ ਤੇਰੀ ਹੋਂਦ ਹੈ। ਅਗਮ ਅਗਾਧ ਊਚ ਆਪਾਰ, ਆਗਮ ਦਾ ਭਾਵ ਮਨ ਦੀ ਗਮਤਾ ਤੋਂ ਪਰਾਂ, ਜਿਹਦਾ ਅੰਤ ਨਾ ਆਵੇ, ਉੱਚਿਆਂ ਤੋਂ ਉੱਚਿਆ। ਅਪਾਰ ਤੋਂ ਭਾਵ ਹੁੰਦਾ ਜਿਹਦਾ ਕੰਢਾ ਨਾ ਆਵੇ, ਪਾਰਾਵਾਰ ਤੋਂ ਰਹਿਤ, ਕੰਢਿਆਂ ਤੋਂ ਰਹਿਤ, ਹੱਦਾਂ ਤੋਂ ਰਹਿਤ। ਜੋ ਤੁਧ ਸੇਵਹਿ ਤਿਨ ਭਉ ਦੁਖ ਨਾਹੇ। ਉਹ ਗੁਰਮੁਖ ਪਿਆਰੇ ਜਿਹੜੇ ਤੇਰੇ ਨਾਲ ਜੁੜੇ ਨੇ, ਤੇਰੀ ਸੇਵਾ ਕਰਦੇ ਨੇ, ਨਾ ਤਾਂ ਉਹਨਾਂ ਨੂੰ ਭਉ ਤੇ ਨਾ ਉਹਨਾਂ ਨੂੰ ਦੁੱਖ। ਜਿਹੜੇ ਕੁੰਡੀਆਂ ਫੜਨ ਵਾਲੇ ਸ਼ੰਕਾਵਾਦੀ ਨੇ, ਉਹਨਾਂ ਕਹਿਣਾ ਗਿਆਨੀ ਜੀ ਬਿਲਕੁਲ ਗਲਤ, ਇਹ ਕਿਵੇਂ ਹੋ ਸਕਦਾ? ਬਾਬੇ ਮਨੀ ਸਿੰਘ ਦੇ ਬੰਦ-ਬੰਦ ਕੱਟੇ ਗਏ ਤੇ ਉਹਨਾਂ ਨੇ ਸੇਵਾ ਨਹੀਂ ਕੀਤੀ। ਹਰਿਮੰਦਰ ਸਾਹਿਬ ਦੇ ਗ੍ਰੰਥੀ ਬਾਣੀ ਪੜ੍ਹਨ ਵਾਲੇ ਸਨ, ਉਹਨਾਂ ਦੇ ਬੰਦ-ਬੰਦ ਕੱਟੇ ਗਏ। ਤੁਸੀਂ ਇਹ ਪੜਿਆ, ਜੋ ਤੁਧ ਸੇਵੇ ਤਿਨ ਭਉ ਦੁਖ ਨਾਏ। ਉਹਦਾ ਅਰਥ ਇਹ ਹੈ ਗੁਰਮੁਖੋ, ਸਾਨੂੰ ਤਾਂ ਮਾੜੀ ਜੀ ਕਿਤੇ ਚੀਜ਼ ਵਾਜੇ ਤੇ ਸਾਡੀ ਚੀਕ ਨਿਕਲ ਜਾਂਦੀ ਹੈ ਨਾ। ਉਹਨਾਂ ਦੇ ਗੁੱਟ ਤੇ ਵਾਰ ਕੀਤਾ ਤੇ ਜਲਾਦ ਨੂੰ ਕਹਿੰਦੇ ਭਲਿਆ, ਤੇਰੇ ਮਾਲਕ ਦੀ ਆਗਿਆ ਤੂੰ ਬੰਦ-ਬੰਦ ਕੱਟੇ ਤੇ ਬੰਦ ਪੋਟਿਆਂ ਤੋਂ ਆਰੰਭ ਹੁੰਦਾ, ਗੁੱਟ ਤੋਂ ਨਹੀਂ। ਦੇ ਜਿਹਨੂੰ ਦੁੱਖ ਹੋਵੇ ਉਹ ਕਿਵੇਂ ਕਹੇਗਾ? ਇਹ ਇਤਿਹਾਸ ਲਿਖਿਆ ਜੀ, ਇਤਿਹਾਸ ਵਿੱਚ ਇਤਿਹਾਸ ਕਹਿੰਦਾ ਵੀ ਜਿਹੜਾ ਉਹ ਜਲਾਦ ਸੀ, ਜਦੋਂ ਭਾਈ ਮਨੀ ਸਿੰਘ ਨੇ ਆਖਿਆ ਨੇ ਵੀ ਗੁਰਮੁਖਾ ਤੇਰੇ ਮਾਲਕ ਦੀ ਆਗਿਆ ਵੀ ਬੰਦ-ਬੰਦ ਕੱਢ ਤੇ ਭਲਿਆ, ਤੂੰ ਤਾਂ ਗੁੱਟ ਤੇ ਵਾਰ ਕੀਤਾ ਤੇ ਬੰਦ ਹੁੰਦਾ ਪੋਟਿਆਂ ਤੋਂ ਸ਼ੁਰੂ। ਉਹ ਜਲਾਦ ਨੇ ਇੱਕਦਮ ਟੋਕਾ ਵਗਾ ਕੇ ਸੂਬੇ ਨੂੰ ਆਖਿਆ, ਮੈਥੋਂ ਇਹੋ ਜਿਹੇ ਸੰਤਾਂ ਦਾ ਕਤਲ ਨਹੀਂ ਹੁੰਦਾ, ਜਿਹਨੂੰ ਆਪਾਂ ਕਹਿੰਦੇ ਰਿਜ਼ਾਈਨ ਦੇ ਗਿਆ, ਨੌਕਰੀ ਛੱਡ ਗਿਆ। ਉਹ ਗੁਰਮੁਖ ਪਿਆਰੇ ਦੁੱਖ ਨੂੰ ਦੁੱਖ ਕਰਕੇ ਮੰਨਦੇ ਨਹੀਂ, ਉਹ ਸਰੀਰ ਤੋਂ ਉੱਪਰ ਉੱਠ ਜਾਂਦੇ ਹਨ। ਜਿਵੇਂ ਬਾਬਾ ਮਨੀ ਸਿੰਘ, ਬਾਬਾ ਬੰਦਾ ਸਿੰਘ ਬਹਾਦਰ ਦੇ ਸਰੀਰ ਨੂੰ ਨੋਚਿਆ ਗਿਆ ਨਾ, ਤੇ ਬਾਬਾ ਬੰਦਾ ਸਿੰਘ ਬਹਾਦਰ ਦੇ ਚਿਹਰੇ ਤੇ ਤਿਉੜੀ ਨਹੀਂ ਪਈ, ਗੁੱਸਾ ਨਹੀਂ ਆਇਆ, ਤੇ ਕਹਿਣ ਲੱਗੇ ਵੀ ਬਾਬਾ ਜੀ ਅਸੀਂ ਤੁਹਾਡੇ ਨਾਲ ਇੰਨਾ ਕੁਝ ਕੀਤਾ ਤੇ ਤੁਹਾਡੇ ਨਾਲ ਤਿਉੜੀ ਨਾਲ ਗੁੱਸਾ ਕਾਰਨ, ਕਹਿੰਦੇ ਕੋਈ ਸੱਪ ਦੀ ਖੁੱਡ ਨੂੰ ਕੁੱਟੀ ਜਾਏ ਤੇ ਸੱਪ ਨੂੰ ਕਾਹਦਾ ਦੁੱਖ ਹੈ? ਤੁਸੀਂ ਮਿੱਟੀ ਨੂੰ ਕੁੱਟੀ ਜਾਂਦੇ ਹੋ, ਮੈਂ ਮਿੱਟੀ ਨਹੀਂ, ਮੈਂ ਇਹ ਸਰੀਰ ਤੋਂ ਪਰਾਂ ਹਾਂ। ਪਰ ਇਹ ਕੌਣ ਜਾਏਗਾ? ਜਿਹੜਾ ਕੇਵਲ ਤੇ ਕੇਵਲ ਇੱਕ ਨਾਲ ਜੁੜੇਗਾ, ਜਿਹੜਾ ਕੇਵਲ ਤੇ ਕੇਵਲ ਇੱਕ ਦੀ ਉਪਾਸਨਾ ਕਰਦਾ ਹੈ। ਇੱਥੋਂ ਤੱਕ ਕਿਵੇਂ ਪਹੁੰਚਿਆ ਜਾ ਸਕਦਾ ਹੈ? ਗੁਰ ਪ੍ਰਸਾਦ ਨਾਨਕ ਗੁਣ ਗਾਹੇ। ਸਤਿਗੁਰੂ ਪਾਤਸ਼ਾਹ ਕਹਿੰਦੇ ਗੁਰਮੁਖਾ ਇਹ ਗੁਰੂ ਦੀ ਕਿਰਪਾ ਹੀ। ਇੱਥੇ ਉਹ ਪਹੁੰਚੇ ਨੇ ਜਿਨ੍ਹਾਂ ਨੇ ਗੁਰੂ ਦੀ ਕਿਰਪਾ, ਜਿਨ੍ਹਾਂ ਤੇ ਗੁਰੂ ਨੇ ਕਿਰਪਾ ਕੀਤੀ ਔਰ ਪ੍ਰਮਾਤਮਾ ਦੇ ਗੁਣ ਗਾਉਂਦੇ ਹਨ। ਜੋ ਦੀਸੈ ਸੋ ਤੇਰਾ ਰੂਪ। ਫਿਰ ਗੁਰਮੁਖੋ ਕਹਿੰਦੇ ਉਹਨਾਂ ਦੇ ਅੰਦਰ ਇੱਕ ਤਬਦੀਲੀ ਆ ਜਾਂਦੀ ਕਿ ਆਪਾਂ ਤਾਂ ਕਹਿੰਦੇ ਹਿੰਦੂ ਹੈ, ਸਿੱਖ ਹੈ, ਮੁਸਲਮਾਨ, ਇਹ ਗੋਲਾ, ਇਹ ਕਾਲਾ, ਇਹ ਮਾੜਾ, ਇਹ ਚੰਗਾ, ਪਰ ਉਹ ਸਾਰਿਆਂ ਵਿੱਚ ਉਹਨੂੰ ਤੱਕਦੇ ਨੇ। ਜੇ ਦਿਸਦੇ ਨੇ ਨਾ, ਉਹ ਕਹਿੰਦੇ ਵੀ ਸਾਰੇ ਵਾਹਿਗੁਰੂ ਦਾ ਰੂਪ ਹਨ। ਜਿਵੇਂ ਭਾਈ ਕਨਈਏ ਜੀ ਨੇ ਵੇਖਿਆ, ਜੋ ਦਿਸੈ ਸੋ ਤੇਰਾ ਰੂਪ। ਸ਼ਿਕਾਇਤ ਲਈ ਸਾਡੇ ਵਰਗਿਆਂ ਰਖਾਲੂਆਂ ਨੇ ਵੀ ਭਾਈ ਕਨਈਆ ਰਲਿਆ ਦੁਸ਼ਮਣਾਂ ਦੇ ਨਾਲ। ਹਜ਼ੂਰ ਨੇ ਬੁਲਾਇਆ ਤੇ ਕਹਿਣ ਲੱਗੇ, ਭਾਈ ਕਨਈਆ ਜੀ ਤੁਹਾਡਾ ਲਾਮਾ ਆਇਆ, ਤੁਸੀਂ ਦੁਸ਼ਮਣਾਂ ਨੂੰ ਪਾਣੀ ਪਿਆਈ ਜਾਂਦੇ ਹੋ। ਕਹਿਣ ਲੱਗੇ ਮਹਾਰਾਜ ਮੈਂ ਤਾਂ ਤੁਹਾਨੂੰ ਪਾਣੀ ਪਿਉਣਾ, ਦੱਸੋ ਤੁਸੀਂ ਕਿੱਥੇ? ਨਹੀਂ। ਹਜ਼ੂਰ ਨੇ ਜੱਫੀ ਪਾ ਕੇ ਆਖਿਆ, ਭਾਈ ਕਨਈਆ ਤੂੰ ਸਾਨੂੰ ਪਛਾਣਿਆ, ਜੋ ਦਿਸੈ ਸੋ ਤੇਰਾ ਰੂਪ। ਜੋ ਵੀ ਦਿਸਦਾ ਨਾ ਉਹ ਤੇਰਾ ਰੂਪ ਕਰਕੇ ਜਾਣਦੇ ਹਨ। ਗੁਣ ਨਿਧਾਨ ਗੋਵਿੰਦ ਅਨੂਪ। ਉਹ ਭਾਈ ਗੁਣਾਂ ਦਾ ਖਜ਼ਾਨਾ ਹੈ, ਗਿਆਨ ਦੇ ਦੁਆਰਾ ਜਾਣਿਆ ਜਾਂਦਾ, ਉਪਮਾ ਤੋਂ ਰਹਿਤ ਹੈ। ਸਿਮਰ 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 ਜਨ ਸੋਏ। ਇਹ ਭਾਈ ਜਿਹੜੇ ਉਹਦੇ ਪਿਆਰੇ ਨੇ ਨਾ, ਮਨ ਕਰਕੇ, ਬਾਣੀ ਕਰਕੇ ਤੇ ਸਰੀਰ ਕਰਕੇ ਉਹਨੂੰ ਚੇਤੇ ਕਰਦੇ ਹਨ। ਨਾਨਕ ਕਰਮ ਪ੍ਰਾਪਤ ਹੋਏ। ਤੇ ਜਿਨ੍ਹਾਂ ਨੇ ਭਾਈ ਇਹ ਕਰਮ ਕੀਤੇ ਉਹਨਾਂ ਦੀ ਹੋ ਗਈ ਬਖਸ਼ਿਸ਼, ਤੇ ਬਖਸ਼ ਕੀ ਵਾਹਿਗੁਰੂ ਦੀ ਪ੍ਰਾਪਤੀ ਹੋ ਗਈ। ਜਿਨ ਜਪਿਆ ਤਿਸ ਕੋ ਬਲਿਹਾਰ। ਜਿਨ੍ਹਾਂ ਵੀ ਗੁਰਮੁਖਾਂ ਨੇ ਪ੍ਰਮਾਤਮਾ ਦਾ ਨਾਮ ਲਿਆ ਨਾ, ਅਸੀਂ ਉਹਨਾਂ ਤੋਂ ਸਦਕੇ ਜਾਂਦੇ ਹਾਂ, ਕੁਰਬਾਨ ਜਾਂਦੇ ਹਾਂ। ਕਿਉਂ? ਤਿਸ ਕੈ ਸੰਗ ਤਰੈ ਸੰਸਾਰ। ਕਿਉਂਕਿ ਉਹਨਾਂ ਦੀ ਸੰਗਤ ਕਰਕੇ ਸੰਸਾਰ ਤਰ ਗਿਆ। ਕਹੋ ਨਾਨਕ ਪ੍ਰਭ ਲੋਚਾ ਪੂਰ। ਅਸੀਂ ਬੇਨਤੀ ਕਰੀਏ ਵਾਹਿਗੁਰੂ,
ਇੱਕ ਮੇਰੀ ਵੀ ਇੱਛਾ ਪੂਰੀ ਕਰ ਦੇ। ਤੇ ਕਿਹੜੀ ਇੱਛਾ? ਸੰਤ ਜਨਾ ਕੀ ਬਾਂਛੋ ਤੂੰ, ਜਿਹੜੇ ਤੇਰੇ ਪਿਆਰੇ ਨੇ ਨਾ, ਉਹਨਾਂ ਦੀ ਕਿਤੇ ਚਰਨ ਧੂੜ ਮਿਲ ਜਾਏ, ਔਰ ਉਹ ਚਰਨ ਧੂੜ ਨੂੰ ਆਪਣੇ ਮੱਥੇ ਤੇ ਲਾ ਕਰਕੇ ਮੈਂ ਆਪਣੀ ਤਕਦੀਰ ਤੇ ਤਸਵੀਰ ਬਦਲ ਲਵਾਂ। ਇਹ ਗੁਰਮੁਖੋ ਸਤਿਗੁਰੂ ਪਾਤਸ਼ਾਹ ਦੇ ਪਾਵਨ ਪਵਿੱਤਰ ਫਰਮਾਨ ਦੀ ਵਿਚਾਰ ਹੈ। ਹੁਣ ਲੜੀਵਾਰ ਰਾਮ ਕਲੀ ਰਾਗ ਵਿੱਚ ਜਿਵੇਂ ਧੰਨ ਗੁਰੂ ਰਾਮਦਾਸ ਪਾਤਸ਼ਾਹ ਕਿਰਪਾ ਕਰਦੇ ਨੇ, ਸਰਵਣ ਕਰੋ ਜੀ। ਰਾਮ ਕਲੀ ਮਹੱਲਾ ਚੌਥਾ, ਘਰ ਪਹਿਲਾ, ਇੱਕ ਓੰਕਾਰ ਸਤਿਗੁਰ ਪ੍ਰਸਾਦ। ਰਾਮ ਕਲੀ ਰਾਗ ਵਿੱਚ ਧੰਨ ਗੁਰੂ ਰਾਮਦਾਸ ਪਾਤਸ਼ਾਹ ਪਹਿਲੇ ਘਰ ਸੁਰਤਾਲ ਵਿੱਚ ਸ਼ਬਦ ਉਚਾਰਦੇ ਨੇ, ਇੱਕ ਅਦਵੈਤ ਰੂਪੀ ਬ੍ਰਹਮ ਉਚਾਰਨ ਤੇ ਰੱਖਿਆ ਕਰਦਾ ਹੈ, ਪਰ ਇਹ ਅਵਸਥਾ ਗੁਰੂ ਦੀ ਕਿਰਪਾ ਨਾਲ ਪ੍ਰਾਪਤ ਹੋਵੇਗੀ। ਜੇ ਵੱਡ ਭਾਗ ਹੋਵੇ ਵੱਡ ਭਾਗੀ। ਆਪਾਂ ਆਮ ਕਰਕੇ ਜਿਹਦੇ ਕੋਲ 4 ਪੈਸੇ ਨੇ, ਉਹਦੀ ਆਗਿਆਕਾਰੀ ਔਲਾਦ ਹੈ, ਕਾਰੋਬਾਰ ਚੱਲਦਾ, ਤੇ ਆਪਾਂ ਕਹਿੰਦੇ ਭਾਈ ਸਾਹਿਬ ਫਲਾਨਾ ਵੱਡੇ ਭਾਗਾਂ ਵਾਲਾ, ਬੜਾ ਸੁਖੀ ਹੈ। ਇਹ ਸਾਡੀ ਆਮ ਬੋਲੀ ਹੈ। ਲੇਕਿਨ ਗੁਰਦੇਵ ਨੂੰ ਪੁੱਛੀਏ ਵੀ ਸਤਿਗੁਰੂ ਪਾਤਸ਼ਾਹ ਵੱਡਾ ਭਾਗੀ ਕੌਣ ਹੈ, ਉਹ ਕਿਰਪਾ ਕਰਕੇ ਹੋਰ ਢੰਗ ਨਾਲ ਬਿਆਨ ਕਰਦੇ, ਕਹਿੰਦੇ ਜੇ ਵੱਡ ਭਾਗ ਹੋਵੇ ਵੱਡ ਭਾਗੀ, ਜਿਹੜੇ ਵੱਡੇ ਭਾਗਾਂ ਵਾਲੇ ਜੇ ਉਹਨਾਂ ਦੇ ਕਿਤੇ ਕਰਮ ਚੰਗੇ ਹੋਣ ਤਾਂ ਹਰ ਹਰ ਨਾਮ ਤੇ ਆਵੇ। ਕਹਿੰਦੇ ਭਾਈ ਉਹ ਦੁੱਖਾਂ ਦੇ ਹਾਰਕ ਹਰ ਥਾਂ ਤੇ ਵਿਆਪਕ ਪ੍ਰਮਾਤਮਾ ਦੇ ਨਾਮ ਨੂੰ ਚੇਤੇ ਕਰਦੇ ਹਨ। ਨਾਮ ਜਪਤ ਨਾਮੇ ਸੁਖ ਪਾਵੇ। ਨਾਮ ਨੂੰ ਜਪਣ ਕਰਕੇ ਨਾਮ ਦੇ ਦੁਆਰਾ ਉਹਨਾਂ ਨੂੰ ਪਰਮ ਸੁਖ ਦੀ ਪ੍ਰਾਪਤੀ ਹੋ ਗਈ। ਹਰ ਨਾਮੇ ਨਾਮ ਸਮਾਵੇ। ਇਸ ਪ੍ਰਕਾਰ ਪ੍ਰਮਾਤਮਾ ਦਾ ਨਾਮ ਜਪਦਿਆਂ ਪ੍ਰਮਾਤਮਾ ਵਿੱਚ ਲੀਨ ਹੋ ਗਏ। ਜਿਵੇਂ ਆਪਾਂ ਪੜ੍ਹਦੇ ਤੂੰ ਕਰਤਾ ਤੂੰ ਵਾ ਮੁਝ ਮੈਂ ਰਾਹ ਨਾ ਹੂੰ, ਜਬ ਆਪਾ ਪਰਕਾ ਮਿਟ ਗਿਆ ਜਦ ਦੇਖਾਂ ਤਤ ਤੂੰ। ਗੁਰਮੁਖ ਭਗਤ ਕਰੋ ਸਾਧ ਪ੍ਰਾਣੀ। ਇਸ ਕਰਕੇ ਭਾਈ ਪ੍ਰਾਣਾ ਧਾਰੀ ਜੀਵੋ, ਗੁਰੂ ਦੇ ਰਾਹੀਂ ਗੁਰੂ ਦਾ ਭੈ ਧਾਰਨ ਕਰਕੇ ਸਦੀਵੀ ਤੌਰ ਤੇ ਉਸ ਪ੍ਰਮਾਤਮਾ ਦੀ ਭਗਤੀ ਕਰੋ। ਹਿਰਦੈ ਪ੍ਰਗਾਸ ਹੋਵੇ ਲਿਵ ਲਾਗੈ। ਔਰ ਗੁਰਮੁਖੋ ਤੁਹਾਡੇ ਹਿਰਦੇ ਦੇ ਅੰਦਰ ਚਾਨਣ ਹੋ ਜਾਏਗਾ। ਤੁਹਾਡੀ ਜਿਹੜੀ ਲਿਵ ਹੈ ਨਾ, ਉਹ ਲੱਗ ਜਾਵੇਗੀ, ਬਿਰਤੀ ਜੁੜ ਜਾਵੇਗੀ। ਗੁਰਮਤਿ ਹਰ ਹਰ ਨਾਮ ਸਮਾਣੀ। ਔਰ ਗੁਰੂ ਦੀ ਮਦਦ ਦੇ ਦੁਆਰਾ ਹਰੀ ਹਰੀ ਕਰਨ ਦੇ ਨਾਲ ਉਹਦਾ ਨਾਮ ਲੈਣ ਕਰਕੇ ਇਹ ਜੀ ਪ੍ਰਮਾਤਮਾ ਦਾ ਰੂਪ ਹੀ ਹੋ ਗਿਆ। ਰਹਾਓ ਵਿਸਰਾਮ ਦੇ ਕਰਕੇ ਕਿਰਪਾ ਕਰਦੇ ਹਨ। ਹੀਰਾ ਰਤਨ ਜਵੇਹਰ ਮਾਨਕ। ਆਪਾਂ ਦੁਨੀਆ ਦੇ ਪਦਾਰਥਾਂ ਤੱਕ ਸੀਮਤ ਹਾਂ। ਫਲਾਨਾ ਹੀਰਾ ਇੰਨੇ ਦਾ ਆਇਆ, ਫਲਾਨੇ ਇਹ ਵੱਖ-ਵੱਖ ਕਿਸਮਾਂ ਦੇ ਜਿਹੜੇ ਕੀਮਤੀ ਪੱਥਰ ਹੁੰਦੇ ਨੇ ਨਾ, ਆਪਾਂ ਆਮ ਕਰਕੇ ਗੁਰਮੁਖੋ ਪੱਥਰਾਂ ਤੱਕ ਸੀਮਤ ਆ। ਕਈਆਂ ਨੂੰ ਵੇਖਿਆ ਉਹਨਾਂ ਦੀਆਂ ਉਂਗਲੀਆਂ ਭਰੀਆਂ ਹੋਣਗੀਆਂ ਵੀ ਗਿਆਨੀ ਜੀ ਇਹ ਸ਼ਨੀ ਦਾ, ਇਹ ਮੰਗਲ ਦਾ, ਪਰ ਗੁਰਬਾਣੀ ਕਹਿੰਦੀ ਜੋ ਪਾਨ ਕੀ ਪਾਈ ਪਾਏ ਤਿਨ ਕੀ ਘਾਲ ਅਜਾਈ ਜਾਏ। ਇਹ ਗੁਰੂ ਗ੍ਰੰਥ ਸਾਹਿਬ ਦੇ ਪਾਤਸ਼ਾਹ ਕਹਿੰਦੇ। ਜਿਹੜੇ ਕਹਿੰਦੇ ਪੱਥਰਾਂ ਦੀ ਪੂਜਾ ਕਰਦੇ ਉਹਨਾਂ ਦੀ ਤਾਂ ਐਵੇਂ ਚਲੀ ਗਈ। ਇੱਥੇ ਹੀਰੇ ਤੋਂ ਮੇਰਾ ਸੁਦਾ ਹੀਰਾ ਘਾਟ ਚਲੀ ਗਈ। ਹਜ਼ੂਰ ਸਾਹਿਬ ਹਿੰਦੁਸਤਾਨ ਦੇ ਬਾਦਸ਼ਾਹ ਨੇ, ਬਹਾਦਰ ਸ਼ਾਹ ਨੇ ਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਨੂੰ ਹੀਰਾ ਭੇਟ ਕੀਤਾ। ਹਜ਼ੂਰ ਸਾਹਿਬ ਗੁਰਦੁਆਰਾ ਸਾਹਿਬ ਆਪਾਂ ਸਾਰੇ ਜਾਣਦੇ ਹਾਂ। ਤੇ ਮੇਰੇ ਪਾਤਸ਼ਾਹ ਨੇ ਹੀਰਾ ਚੁੱਕ ਕੇ ਤੇ ਗੋਦਾਵਰੀ ਵੀ ਸੁੱਟ ਦਿੱਤਾ। ਬਹਾਦਰ ਸ਼ਾਹ ਦੇ ਮਨ ਵਿੱਚ ਵਿਚਾਰ ਆਇਆ ਵੀ ਗੁਰੂ ਗੋਬਿੰਦ ਸਿੰਘ ਖਾਨਦਾਨੀ ਫਕੀਰ ਹੈ ਨਾ, ਇਹਦਾ ਪਿਓ ਵੀ ਫਕੀਰ, ਇਹਦਾ ਦਾਦਾ ਵੀ ਫਕੀਰ, ਇਹਦਾ ਪੜਦਾਦਾ ਵੀ ਫਕੀਰ, ਇਹਨਾਂ ਨੂੰ ਕੀ ਪਤਾ ਵੀ ਹੀਰੇ ਕੀ ਹੁੰਦੇ ਨੇ। ਤੇ ਕਲਗੀਧਰ ਬਾਪੂ ਹੱਸ ਕੇ ਕਹਿਣ ਲੱਗੇ, ਬਹਾਦਰ ਸ਼ਾਹ ਅਸੀਂ ਤਾਂ ਆਪਣੇ ਖਜ਼ਾਨੇ ਵਿੱਚ ਜਮ੍ਹਾਂ ਕੀਤਾ ਹੈ, ਇਹ ਤੇਰੇ ਮਨ ਨੂੰ ਸੱਟ ਲੱਗੀ ਹੈ, ਥੋੜੀ ਜਿਹੀ ਖੇਚਲ ਕਰ, ਗੋਦਾਵਰੀ ਵਿੱਚ ਪੈਰ ਪਾ ਤੇ ਝੁੱਕ ਕੇ ਆਪਣਾ ਹੀਰਾ ਪਛਾਣ ਕੇ ਕੱਢ ਲਈ ਤੇ ਸਾਡੇ ਹੀਰਿਆਂ ਨੂੰ ਹੱਥ ਨਾ ਲਾਈ। ਜਦੋਂ ਬਹਾਦਰ ਸ਼ਾਹ ਨੇ ਹੱਥ ਪਾਇਆ ਤੇ ਜਿੰਨੇ ਪੱਥਰ ਸਨ ਹੀਰੇ ਪ੍ਰਤੀਤ ਹੋ ਗਏ ਤੇ ਧੰਨ ਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਦੇ ਚਰਨਾਂ ਦੇ ਢਹਿ ਪਿਆ। ਕਹਿਣ ਲੱਗੇ ਬਹਾਦਰ ਸ਼ਾਹ ਪੱਥਰਾਂ ਦੇ ਨਾਲ ਜੁੜਿਆ ਹੋਇਆ, ਸਾਡੇ ਕੋਲ ਵੀ ਹੀਰਾ ਹੈ। ਉਹ ਕਿਹੜਾ ਹੀਰਾ? ਅੰਮ੍ਰਿਤ ਨਾਮ ਨਰਮੋਲਕ ਹੀਰਾ, ਗੁਰ ਦੀਨੋ ਮੰਤਾਨੀ, ਡਿਗੇ ਨਾ ਡੋਲੇ ਦ੍ਰਿੜ ਕਰ ਰਹੇ ਹੋ ਪੂਰਨ ਹੋਏ ਤ੍ਰਿਪਤਾਨੀ। ਸਾਡੇ ਕੋਲ ਨਾਮ ਰੂਪੀ ਹੀਰਾ ਹੈ,
ਜਿਹੜਾ ਕੋਈ ਚੁਰਾ ਨਹੀਂ ਸਕਦਾ, ਜਿਹੜਾ ਖੋਹ ਨਹੀਂ ਸਕਦਾ। ਇਸ ਪ੍ਰਕਾਰ ਮੇਰੇ ਪਾਤਸ਼ਾਹ ਕਹਿੰਦੇ ਹੀਰਾ ਰਤਨ ਜਵੇਰ ਮਾਣਕ ਬਹੁ ਸਾਗਰ ਭਰਪੂਰ ਕੀਆ। ਇਹ ਵੱਖ-ਵੱਖ ਕਿਸਮਾਂ ਕਿਹੜੀਆਂ ਨੇ? ਵਿਰਾਗ, ਵਿਵੇਕ, ਖਟ, ਸੰਪਤੀ ਇਤਿਆਦਿਕ ਜਿਹੜੇ ਸ਼ੁਭ ਗੁਣ ਨੇ ਨਾ, ਇਹਦੇ ਨਾਲ ਇਹ ਮਨੁੱਖ ਭਰਿਆ ਪਿਆ। ਕੌਣ? ਜਿਹੜਾ ਪ੍ਰਮਾਤਮਾ ਦਾ ਚਿੰਤਨ ਕਰਦਾ ਹੈ। ਜਿਸ ਵੱਡ ਭਾਗ ਹੋਵੇ ਵੱਡ ਮਸਤਕ, ਜਿਹਦੇ ਭਾਈ ਮੱਥੇ ਦੇ ਕਰਮ ਚੰਗੇ ਹੋਣ। ਇਹਦਾ ਜਵਾਬ ਜੇ ਗੁਰਮੁਖੋ ਆਪਾਂ ਸਾਰੇ ਜਾਣ ਕੇ ਗੁਰੂ ਗ੍ਰੰਥ ਸੱਚੇ ਪਾਤਸ਼ਾਹ ਦੇ ਅੱਗੇ ਮੱਥਾ ਰਗੜਦੇ ਆ ਨਾ, ਇਹਦਾ ਭਾਵ ਇਹ ਜੇ ਵੀ ਗੁਰੂ ਗ੍ਰੰਥ ਸੱਚੇ ਪਾਤਸ਼ਾਹ ਜੇ ਪਹਿਲਾਂ ਕਰਮਾਂ 'ਚ ਨਹੀਂ ਲਿਖਿਆ ਤੇ ਹੁਣ ਕਿਰਪਾ ਕਰਕੇ ਬਾਹਰ ਦੀ ਖਿੱਚੜ ਕਰਦੇ ਥੋੜੀ ਜੀ। ਗੁਰੂ ਦੇ ਅੱਗੇ ਮੱਥਾ ਲੱਗਣ ਦਾ ਭਾਵ ਹੁੰਦਾ ਹੈ ਵੀ ਮਾੜੀਆਂ ਰੇਖਾ ਬਦਲ ਕੇ ਤੇ ਚੰਗੀਆਂ ਪਾ ਦੇ ਚੰਗੀਆਂ। ਇਤਿਹਾਸ ਹੈ ਵੀ ਕਲਗੀਧਰ ਪਾਤਸ਼ਾਹ ਮਹਾਰਾਜ ਨੂੰ ਰੋਪੜ ਦਾ ਇੱਕ ਕਾਜੀ ਆਇਆ ਗੁਰੂ ਦਰਬਾਰ 'ਚ, ਤੇ ਉਹਨੇ ਜੁਰਤ ਕੀਤੀ। ਸੰਗਤੈਨ ਚੁੱਪਚਾਪ ਡੋਲ ਬੈਠੀ, ਕਹਿਣ ਲੱਗਾ ਜੀ ਗੁਸਤਾਖੀ ਕਰਨ ਲੱਗਾ। ਪਾਤਸ਼ਾਹ ਕਹਿੰਦੇ ਬੋਲ ਸਲਾਰ ਦੀਨਾ, ਕੀ ਚੱਕਰ ਭਾਈ? ਕਹਿੰਦਾ ਜੀ ਮਾਈ ਭਾਈ ਵੱਡੇ ਛੋਟੇ ਆਉਂਦੇ ਨੇ, ਤੁਸੀਂ ਸਾਰਿਆਂ ਨੂੰ ਕਹਿੰਦੇ ਨਿਹਾਲ ਹੋਏ ਹੋ ਨਿਹਾਲ ਹੋਏ ਹੋ, ਤੇ ਇੱਕ ਪਾਸੇ ਤੁਸੀਂ ਕਹਿੰਦੇ ਕਰਮੀ ਆਪੋ ਆਪਣੀ, ਇਧਰ ਨਿਹਾਲ ਨਿਹਾਰ ਕਰੀ ਜਾਂਦੇ ਹੋ। ਉਥੇ ਗੁਰਮੁਖੋ ਲਿਖਿਆ ਵੀ ਜਿਹੜਾ ਭਾਈ ਜਿਹਨੂੰ ਆਪਾਂ ਅੱਜ ਕੱਲ੍ਹ ਖਜ਼ਾਨਚੀ ਕਹਿ ਦਿੰਦੇ ਆ, ਉਹਦਾ ਨਾਂ ਸੀ ਭਾਈ ਆਲਮ ਸਿੰਘ। ਕਹਿੰਦੇ ਆਲਮ ਸਿਆਂ ਮੋਹਰ ਲਿਆ। ਜਦੋਂ ਮੋਹਰ ਲਿਆਂਦੀ ਤੇ ਕਹਿਣ ਲੱਗੇ ਕਾਜੀ ਜੀ ਪੜ੍ਹ ਕੇ ਵੇਖੋ। ਕਹਿਣ ਲੱਗਾ ਜੀ ਅੱਖਰ ਪੁੱਠੇ ਨੇ, ਪੜ੍ਹੇ ਨਹੀਂ ਜਾਂਦੇ। ਜਦੋਂ ਪੈੜ ਤੇ ਲਾ ਕਰਕੇ ਮੋਹਰ ਨੂੰ ਤੇ ਕਾਗਜ਼ ਤੇ ਲਾਇਆ ਤਾਂ ਕਹਿੰਦਾ ਜੀ ਹੁਣ ਤਾਂ ਸਾਫ਼ ਪੜ੍ਹੇ ਗਏ ਨੇ। ਕਲਗੀਧਰ ਬਾਪੂ ਕਹਿਣ ਲੱਗਾ ਕਾਜੀ ਜਦੋਂ ਕੋ ਨਿਮਾਣਾ ਹੋ ਕੇ ਗੁਰੂ ਦੇ ਅੱਗੇ ਅਰਦਾਸ ਕਰਦਾ ਤੇ ਗੁਰੂ ਉਹਦੀਆਂ ਪੁੱਠੀਆਂ ਰੇਖਾ ਨੂੰ ਸਿੱਧੀਆਂ ਕਰ ਦਿੰਦਾ। ਆਪਾਂ ਜੋ ਮੱਥਾ ਰਗੜਦੇ ਆ ਨਾ, ਇਹ ਅਸੀਂ ਪੁੱਠੀਆਂ ਰੇਖਾ ਨੂੰ ਸਿੱਧੀਆਂ ਕਰਨ ਲਈ ਕਰਦੇ ਆ। ਜਿਸ ਵੱਡ ਭਾਗ ਹੋਵੇ ਵੱਡ ਮਸਤਕ, ਜਿਨ੍ਹਾਂ ਦੇ ਮੱਥੇ ਦੇ ਚੰਗੇ ਕਰਮ ਹਨ, ਤਿਨ ਗੁਰਮਤ ਕੱਢ ਕੱਢ ਲੀਆ। ਕਹਿੰਦੇ ਭਾਈ ਫਿਰ ਗੁਰੂ ਦੀ ਮੱਤ ਦੇ ਦੁਆਰਾ ਜਿਹੜੀ ਉਹ ਸੰਸਾਰਾ ਕਰ ਬਿਰਤੀ ਹੈ ਨਾ, ਉਹਨਾਂ ਨੂੰ ਬ੍ਰਹਮਾ ਕਰ ਬਿਰਤੀ ਚ ਲੈ ਜਾਂਦਾ। ਰਤਨ ਜਵੇਹਰ ਲਾਲ ਹਰ ਨਾਮਾ। ਇੱਥੇ ਸਤਿਗੁਰੂ ਪਾਤਸ਼ਾਹ ਨੇ ਉਸ ਗੱਲ ਨੂੰ ਕਲੀਅਰ ਕੀਤਾ। ਸੋਢੀ ਸੁਲਤਾਨ ਨੇ ਕਹਿਣ ਲੱਗੇ ਗੁਰਮੁਖੋ ਵੇਖਿਆ ਜੇ ਕਿਤੇ ਨਾ ਚੱਕਰਾਂ 'ਚ ਨਾ ਪੈ ਜਾ, ਜੇ ਫਲਾਨੀ ਮੁੰਦੀ ਪਾਵਾਂ ਤੇ ਫਲਾਨੀ ਪਾਲਾਂ। ਰਤਨ ਦੀ ਇੰਪੋਰਟੈਂਸ ਜ਼ਿਆਦੀ ਹੈ, ਜਵਾਹਰਾਂ ਦੀ ਜ਼ਿਆਦੀ ਹੈ, ਲਾਲ ਦੀ ਜ਼ਿਆਦੀ ਹੈ। ਮੈਂ ਤਾਂ ਕੇਵਲ ਤੇ ਕੇਵਲ ਹਰੀ ਨਾਮ ਦੀ ਗੱਲ ਕਰ ਰਿਹਾ ਹਾਂ। ਗੁਰ ਕਾਢ ਤਲੀ ਦਿਖਲਾਇਆ। ਔਰ ਗੁਰੂ ਪਾਤਸ਼ਾਹ ਨੇ ਜਿਵੇਂ ਆਪਾਂ ਕਹਿੰਨੇ ਵੀ ਹਥੇਲੀ ਤੇ ਰੱਖਿਆ, ਮੇਰੇ ਗੁਰੂ ਨੇ ਮੈਨੂੰ ਸਾਖਸ਼ਾਤ ਵਿਖਾਉਣਾ ਕੀਤਾ। ਭਾਗਹੀਨ ਮਨ ਮੁਖ ਨਹੀਂ ਲੀਆ। ਪਰ ਜਿਹੜੇ ਮਨ ਦੇ ਮਗਰ ਲੱਖੇ ਨੇ, ਜਿਨ੍ਹਾਂ ਦੇ ਕਰਮ ਨਹੀਂ ਚੰਗੇ, ਜਿਨ੍ਹਾਂ ਦੇ ਕਰਮ ਮਾੜੇ ਨੇ, ਉਹਨਾਂ ਨੇ ਇਸ ਦਾਤ ਨੂੰ ਪ੍ਰਾਪਤ ਨਹੀਂ ਕੀਤਾ। ਤ੍ਰਿਣ ਓਲੇ ਲੱਖ ਛਪਾਇਆ। ਇਹ ਤਾਂ ਇਉਂ ਹੈ ਭਾਈ ਜਿਵੇਂ ਤੈਨੂੰ ਕਹਿੰਦੇ ਨੇ ਕੱਖ ਨੂੰ, ਜਿਵੇਂ ਇੱਕ ਕੱਖ ਦੇ ਓਲੇ ਲੱਖ ਰੁਪਈਆ ਛੁਪਿਆ ਹੋਵੇ। ਮਸਤਕ ਭਾਗ ਹੋਵੇ ਤੁਰ ਲਿਖਿਆ। ਹਾਂ, ਜਿਨ੍ਹਾਂ ਦੇ ਭਾਈ ਮੱਥੇ ਦੇ ਕਰਮ ਚੰਗੇ ਨੇ, ਜਿਨ੍ਹਾਂ ਨੂੰ ਧੁਰੋਂ ਲਿਖਿਆ ਵਾਹਿਗੁਰੂ ਨੇ, ਤਾਂ ਸਤਿਗੁਰ ਸੇਵਾ ਲਾਏ। ਉਹ ਗੁਰੂ ਪਾਤਸ਼ਾਹ ਦੀ ਸੇਵਾ 'ਚ ਲੱਗੇ। ਆਪਾਂ ਜੇ ਗੁਰਮੁਖੋ ਗੁਰਦੁਆਰੇ ਆਇਆ ਨਾ, ਤੇ ਕਿਤੇ ਇਹ ਨਾ ਆਖਿਆ ਜੀ ਆਪਾਂ ਆਇਆ ਆਪਣੇ ਤੇ ਗੁਰੂ ਨੇ ਤਰਸ ਕੀਤਾ ਤੇ ਗੁਰੂ ਆਪ ਲੈ ਕੇ ਆਇਆ। ਜੇ ਆਪਣੇ ਆਪ ਨਹੀਂ ਜੇ ਆਇਆ ਜਾਂਦਾ, ਆਪਣੇ ਆਪ ਨਹੀਂ ਜੇ ਆਇਆ ਜਾਂਦਾ। ਇਹ ਗੁਰੂ ਦਾ ਧੰਨਵਾਦ ਕਰਿਆ ਕਰੋ ਵੀ ਪਾਤਸ਼ਾਹ ਤੂੰ ਮੈਨੂੰ ਇੱਥੇ ਲੈ ਕੇ ਆਇਆ। ਹੋ ਸਕਦਾ ਸੀ ਸ਼ਰਾਬ ਦੇ ਠੇਕੇ ਤੇ ਚਲੇ ਜਾਂਦੇ, ਹੋ ਸਕਦਾ ਕਿਸੇ ਅਸੀਂ ਅਪਵਿੱਤਰ ਥਾਂ ਤੇ ਚਲੇ ਜਾਂਦੇ। ਇਹ ਵੀ ਗੁਰੂ ਨੇ ਸਾਡੇ ਤੇ ਤਰਸ ਕੀਤਾ ਹੈ, ਜਿਹੜਾ ਇੱਥੇ ਲਾਇਆ ਹੈ। ਇਹ ਮੇਰੇ ਕਹਿਣ ਤੋਂ ਭਾਵ ਮੇਰੇ ਪਾਤਸ਼ਾਹ ਕਹਿੰਦੇ ਨੇ ਭਾਈ ਜਿਨ੍ਹਾਂ ਦੇ ਧੁਰੋਂ ਕਰਮ ਚੰਗੇ ਨੇ ਨਾ, ਉਹ ਸਤਿਗੁਰੂ ਪਾਤਸ਼ਾਹ ਦੀ ਸੇਵਾ 'ਚ ਲੱਗੇ ਹਨ। ਜਿਵੇਂ ਆਪਾਂ ਵੇਖਦੇ ਪ੍ਰਕਰਮਾਂ 'ਚ ਸਾਡੀਆਂ ਧੀਆਂ ਭੈਣਾਂ ਕੋਈ ਝਾੜੂ ਮਾਰ ਰਿਹਾ, ਕੋਈ ਪੋਚਾ ਕਰ ਰਿਹਾ, ਕੋਈ ਗੁਰਮੁਖ ਪਿਆਰੇ ਭਾਂਡੇ ਮਾਂਜਣ ਦੀ ਸੇਵਾ ਕਰਦੇ ਨੇ। ਇਹ ਕਹਿੰਦੇ ਧੁਰੋਂ ਉਹਨਾਂ ਦੇ ਕਰਮ ਚੰਗੇ ਨੇ, ਜਿਹੜੇ ਗੁਰੂ ਦੀ ਸੇਵਾ 'ਚ ਲੱਗੇ ਹਨ। ਨਾਨਕ ਰਤਨ ਜਵੇਹਰ ਪਾਵੇ। ਫਿਰ ਉਹਨਾਂ ਨੂੰ ਕਹਿੰਦੇ ਨੇ ਕੀਮਤੀ ਰਤਨ ਜਵੇਹਰ ਦਾ ਪਾਪਾ ਰੋਜ਼ਾਨਾ ਪੜ੍ਹਦੇ ਆ ਆਨੰਦ ਸਾਹਿਬ ਦੀ ਬਾਣੀ 'ਚ, ਗੁਰ ਕਾ ਸ਼ਬਦ ਰਤਨ ਹੈ ਹੀਰੇ ਜਿਤ ਜੜਾਓ। ਜਿਹੜਾ ਗੁਰੂ ਦਾ ਸ਼ਬਦ ਉਹ ਕੀਮਤੀ ਰਤਨ ਹੈ। ਨਾਨਕ ਰਤਨ ਜਵੇਹਰ ਪਾਵੇ, ਕਹਿੰਦੇ ਉਹਨਾਂ ਨੂੰ ਕੀਮਤੀ
ਇਹ ਰਤਨ ਜਵਾਹਰ ਮਿਲ ਗਏ। ਧੰਨ ਧੰਨ ਗੁਰਮਤਿ ਹਰ ਪਾਏ। ਜਿਨ੍ਹਾਂ ਨੇ ਭਾਈ ਗੁਰੂ ਦੀ ਮੱਤ ਨੂੰ ਪ੍ਰਾਪਤ ਕਰ ਲਿਆ ਉਹ ਧੰਨਤਾ ਦੇ ਯੋਗ ਨੇ। ਸਤਿਗੁਰੂ ਪਾਤਸ਼ਾਹ ਸਾਡੇ ਤੇ ਵੀ ਕਿਰਪਾ ਕਰਨ ਕਿ ਸਾਡੀ ਇਹ ਅਵਸਥਾ ਬਣੇ। ਧੰਨ ਗੁਰੂ ਗ੍ਰੰਥ ਸੱਚੇ ਪਾਤਸ਼ਾਹ ਦਾ ਕੋਟਾਨ ਕੋਟਾਨ ਧੰਨਵਾਦ। ਗੁਰੂ ਕੀਆਂ ਸੰਗਤਾਂ ਦਾ ਧੰਨਵਾਦ। ਭੁੱਲਾਂ ਚੁੱਕਾਂ ਦੀ ਮੁਆਫੀ। ਤੇ ਗੁਰਮੁਖੋ ਅਸੀਂ ਕਥਾ ਕਰਦੇ ਹਾਂ, ਜਿਹੜੀ ਗਲਤੀ ਕਰ ਜਾਂਦੇ ਆ ਨਾ, ਹੁਣ ਤੁਸੀਂ ਬਹੁਤੇ ਸੁਣਨ ਵਾਲੇ ਹੋ, ਤੇ ਤੁਸੀਂ ਇਹ ਅਰਦਾਸ ਕਰਿਆ ਕਰੋ ਵੀ ਗੁਰੂ ਪਾਤਸ਼ਾਹ ਸਾਨੂੰ ਸਮੱਤ ਦੇਣ, ਸਾਡੇ ਤੋਂ ਗਾਂਹ ਗਲਤੀ ਨਾ ਹੋਵੇ। ਆ ਕਈ ਬੰਦੇ ਕਹਿੰਦੇ ਗਿਆਨੀ ਜੀ ਆਹ ਗਲਤੀ ਕਰਕੇ, ਮੈਂ ਕਿਹਾ ਵੀ ਗੁਰਮੁਖਾ ਅਸੀਂ ਤਾਂ ਸਟੇਜ ਤੇ ਸਪੀਕਰ ਤੇ ਮਾਫੀ ਮੰਗ ਕੇ ਆਏ ਆ, ਤੇ ਜੇ ਤੈਨੂੰ ਤਸੱਲੀ ਨਹੀਂ ਹੋਈ ਤੇ ਦੁਬਾਰਾ ਮੰਗ ਲਾਂਗੇ। ਇਸ ਕਰਕੇ ਮੇਰੀ ਬੇਨਤੀ ਵੀ ਜਿੰਨੇ ਵੀ ਗੁਰਮੁਖ ਪਿਆਰੇ ਇੱਥੇ ਕਥਾ ਕਰਦੇ ਨੇ ਉਹ ਮਨੁੱਖ ਨੇ, ਗਲਤੀਆਂ ਸੁਭਾਵਿਕ ਨੇ। ਤੁਸੀਂ ਗੁਰੂ ਅੱਗੇ ਅਰਦਾਸ ਕਰੋ ਕਿ ਜਿਹੜੀਆਂ ਅਸੀਂ ਗਲਤੀਆਂ ਕਰ ਗਏ ਆ ਉਹ ਸਾਨੂੰ ਮੁਆਫੀ ਦਿਓ, ਤੇ ਅੱਗੇ ਤੋਂ ਪਾਤਸ਼ਾਹ ਸਾਨੂੰ ਸਮੱਤ ਬਖਸ਼ਣ ਵੀ ਉਹ ਗਲਤੀਆਂ ਨਾ ਹੋਣ। ਇਹ ਗੁਰੂ ਕੇ ਸੰਗਤ ਦੇ ਚਰਨਾਂ ਵਿੱਚ ਵੀ ਅਰਦਾਸ ਬੇਨਤੀ ਹੈ। ਮਸਤਕ ਭਾਗ ਹੋਵੇ ਤੁਰ ਲਿਖਿਆ, ਤਾਂ ਸਤਿਗੁਰ ਸੇਵਾ ਲਾਏ। ਨਾਨਕ ਰਤਨ ਜਵੇਹਰ ਪਾਵੈ, ਧੰਨ ਧੰਨ ਗੁਰਮਤਿ ਹਰ ਪਾਏ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸ਼ੇਰੇ ਪੰਜਾਬ ਗੁਰਬਾਣੀ YouTube ਚੈਨਲ ਨੂੰ ਵੱਧ ਤੋਂ ਵੱਧ ਸਬਸਕ੍ਰਾਈਬ ਕਰੋ ਤੇ ਇਸ ਤੇ ਗੁਰਬਾਣੀ ਸ਼ਬਦ ਕੀਰਤਨ ਤੇ ਇਤਿਹਾਸ ਨਾਲ ਵੱਧ ਤੋਂ ਵੱਧ ਜੁੜ ਕੇ ਆਨੰਦ ਮਾਣੋ ਤੇ ਆਪਣੀ ਜ਼ਿੰਦਗੀ ਨੂੰ ਸਫਲ ਕਰੋ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।